Good morning, students. Today we do commercial banks, functions of banks, commercial banks. Second part, advancing loans, advancing of loans. First we do functions of commercial bank, primary functions, accepting deposits. Second, today we do advancing of loans. Advancing of loans. There are 5 types of bank loans: cash credit, overdraft, discounting bill of exchange, demand loans and short term loans. Cash credit. Cash credit ਦੇ ਵਿੱਚ ਕੀ ਹੈ? The debtor is allowed to withdraw a certain amount on a given security. ਇਹਦੇ ਵਿੱਚ ਕੀ ਹੈ ਕਿ ਜਿਹੜਾ ਡੈਪਟਰ ਹੈ ਜਿਹਨੇ ਕਰਜ਼ਾ ਲੈਣਾ, ਲੋਨ ਲੈਣਾ, ਉਹ ਕੀ ਕਰੂਗਾ? ਆਪਣੀ ਜਿੰਨੀ ਉਹਦੀ ਸਿਕਿਉਰਿਟੀ ਜੋ ਉਹਨੇ ਰੱਖੀ ਹੈ ਉਹਦੇ ਤੇ ਉਹਨੂੰ ਕਰਜ਼ਾ ਮਿਲੂਗਾ। The debtor withdraws the amount within this limit. ਡੈਪਟਰ ਨੂੰ ਕੀ ਹੈ ਕਿ ਉਹਨੇ ਜੋ ਉਹਨੇ ਲਿਮਿਟ ਦਿੱਤੀ ਹੈ ਉਹਦੇ ਅੰਦਰ ਅੰਦਰ ਹੀ ਆਪਣੀ ਅਮਾਊਂਟ ਨੂੰ ਕਢਵਾ ਸਕਦਾ। ਠੀਕ ਹੈ, ਜਿੰਨੀ ਉਹਨੇ ਅਮਾਊਂਟ ਲੈਣੀ ਆ ਉਨੀ ਕਢਵਾ ਸਕਦਾ। ਠੀਕ ਹੈ, ਜੋ ਉਹਨੂੰ ਲਿਮਿਟ ਹੈਗੀ ਹੈ। ਠੀਕ ਹੈ, ਜੋ ਲਿਮਿਟ ਉਹਨੇ ਦਿੱਤੀ ਹੋਈ ਆ, ਜਿੰਨੀ ਲਿਮਿਟ ਉਹਦੇ ਅੰਦਰ ਅੰਦਰ ਹੀ ਆਪਣੀ ਅਮਾਊਂਟ ਨੂੰ ਕਢਵਾ ਸਕਦਾ ਜੋ ਉਹਨੇ ਸਿਕਿਉਰਿਟੀ ਰੱਖੀ ਹੈ। ਠੀਕ ਹੈ, ਇੰਟਰਸਟ ਇਜ਼ ਚਾਰਜਡ ਬਾਈ ਦਾ ਬੈਂਕ ਔਨ ਦਾ ਅਮਾਊਂਟ ਐਕਚੁਅਲੀ ਵਿਡਰੋਨ। ਜਿੰਨੀ ਉਹ ਕਢਵਾਊਗਾ ਅਮਾਊਂਟ, ਉਨੀ ਅਮਾਊਂਟ 'ਤੇ ਬੈਂਕ ਇੰਟਰਸਟ ਚਾਰਜ ਕਰੂਗਾ ਉਸ ਪਰਸਨ ਤੋਂ, ਡੈਪਟਰ ਤੋਂ ਇੰਟਰਸਟ ਚਾਰਜ ਕਰੂਗਾ। ਠੀਕ ਹੈ, ਜਿੰਨੀ ਉਹਨੇ ਅਮਾਊਂਟ ਡੈਪਟ ਕੀਤੀ। ਠੀਕ ਹੈ, overdraft. Customer who have current account with the bank are granted the facility of withdrawing more money than actually lying in their accounts. ਓਵਰਡਰਾਫਟ ਦੇ ਵਿੱਚ ਕੀ ਹੈ ਕਿ ਜਿਹੜੇ ਕਸਟਮਰ ਹੁੰਦੇ ਨੇ ਜਿਨ੍ਹਾਂ ਦਾ ਕਰੰਟ ਅਕਾਊਂਟ ਹੁੰਦਾ ਹੈ, ਉਹਨਾਂ ਦਾ ਜੋ ਐਕਚੁਅਲੀ ਅਮਾਊਂਟ ਪਈ ਆ ਉਹਨਾਂ ਦੇ ਅਕਾਊਂਟ ਦੇ ਵਿੱਚ, ਉਹ ਤੋਂ ਜ਼ਿਆਦਾ ਅਮਾਊਂਟ ਦਾ ਉਹਨਾਂ ਨੂੰ ਲੋਨ ਮਿਲ ਜਾਂਦਾ। ਠੀਕ ਹੈ, ਡੈਟ ਇਜ਼ ਕਾਲਡ ਓਵਰਡਰਾਫਟ। ਜੋ ਜਿੰਨੀ ਅਮਾਊਂਟ ਜ਼ਿਆਦਾ ਹੋਗੀ ਉਹਨੂੰ ਕੀ ਕਿਹਾ ਜਾਊਗਾ? ਓਵਰਡਰਾਫਟ। ਨੈਕਸਟ, ਦਿਸ ਫੈਸਿਲਿਟੀ ਇਜ਼ ਅਵੇਲੇਬਲ ਫॉर ਸ਼ਾਰਟ ਟਰਮ ਲੋਨ ਟੂ ਰਿਲਾਇਬਲ ਪਰਸਨਸ। ਤੇ ਇਹ ਜਿਹੜੀ ਫੈਸਿਲਿਟੀ ਹੈ ਉਹਨਾਂ ਪਰਸਨਸ ਨੂੰ ਹੀ ਦਿੱਤੀ ਜਾਂਦੀ ਹੈ ਜਿਨ੍ਹਾਂ ਤੇ ਵਿਸ਼ਵਾਸ ਕੀਤਾ ਜਾਂਦਾ। ਫॉर ਐਗਜ਼ਾਮਪਲ, ਅ ਪਰਸਨ ਹੈਜ਼ 20,000 in his current account. The bank allow him to issue check up to 25,000. Then the amount of 5,000 will be called overdraft. ਅੰਡਰਸਟੈਂਡ? ਕਿ ਮੰਨ ਲਓ ਇੱਕ ਪਰਸਨ ਦੇ ਅਕਾਊਂਟ ਦੇ ਵਿੱਚ 20,000 ਰੁਪੀਜ਼ ਨੇ, ਤਾਂ ਬੈਂਕ ਉਹਨੂੰ 25,000 ਦਾ ਲੋਨ ਦੇਣ ਦੇ ਲਈ ਤਿਆਰ ਹੁੰਦਾ, ਤਾਂ ਜਿਹੜੀ 5,000 ਅਮਾਊਂਟ ਉਹਨਾਂ ਨੇ ਜ਼ਿਆਦਾ ਦਿੱਤੀ ਹੈ ਡੈਟ ਇਜ਼ ਕਾਲਡ ਓਵਰਡਰਾਫਟ। ਠੀਕ ਹੈ, ਡਿਸਕਾਊਂਟਿੰਗ ਬਿਲਸ ਆਫ ਐਕਸਚੇਂਜ। ਦਿਸ ਇਜ਼ ਅਨਦਰ ਟਾਈਪ ਆਫ ਲੈਂਡਿੰਗ ਬਾਈ ਮਾਡਰਨ ਬੈਂਕਸ। ਇਹ ਮਾਡਰਨ ਬੈਂਕਸ ਦੇ ਨਾਲ ਨਿਊ ਟੈਕਨੀਕ ਅਪਲਾਈ ਕੀਤੀ ਗਈ ਹੈ। ਇਨ ਦਿਸ ਮੈਥਡ ਦਾ ਹੋਲਡਰ ਆਫ ਅ ਬਿਲ ਆਫ ਐਕਸਚੇਂਜ ਕੈਨ ਗੈਟ ਇਟ ਡਿਸਕਾਊਂਟਿੰਗ ਬਾਏ ਦਾ ਬੈਂਕ। ਇਹਦੇ ਵਿੱਚ ਕੀ ਕਰਦਾ ਜਿਹੜਾ ਹੋਲਡਰ ਹੈ ਬਿਲ ਆਫ ਐਕਸਚੇਂਜ ਦਾ, ਜੀ ਬਿੱਲ ਦਾ ਹੋਲਡਰ ਹੈ, ਉਹ ਕੀ ਕਰਦਾ? ਆਪਣੇ ਬਿੱਲ ਨੂੰ ਡਿਸਕਾਊਂਟ ਕਰਵਾਉਂਦਾ ਬੈਂਕ ਦੇ ਦੁਆਰਾ, ਬੈਂਕ ਤੋਂ ਆਪਣੇ ਬਿੱਲ ਨੂੰ ਡਿਸਕਾਊਂਟ ਕਰਵਾ ਲੈਂਦਾ, ਘੱਟ ਕਰਵਾ ਲੈਂਦਾ। ਇਨ ਅ ਬਿਲ ਆਫ ਐਕਸਚੇਂਜ ਦਾ ਡੈਪਟਰ ਅਸੈਪਟਸ ਦਾ ਬਿੱਲ। ਠੀਕ ਹੈ, ਡੈਪਟਰ ਕੀ ਕਰਦਾ? ਜੋ ਜਿਹਨੇ ਲੋਨ ਲੈਣਾ ਉਹ ਕੀ ਕਰਦਾ? ਬਿੱਲ ਅਸੈਪਟ ਕਰਦਾ, ਡਰੋਨ ਅਪੋਨ ਹਿਮ ਬਾਈ ਦਾ ਕ੍ਰੈਡਿਟ। ਠੀਕ ਹੈ, ਜਿਹਨੇ ਦੇਣਾ ਹੁੰਦਾ ਕਰਜ਼ਾ ਬੈਂਕ। ਠੀਕ ਹੈ, ਬੈਂਕ ਵੱਲੋਂ। ਉਸ ਤੋਂ ਬਾਅਦ ਐਂਡ ਐਗਰੀਜ਼ ਟੂ ਦਾ ਪੇ ਅਮਾਊਂਟ ਮੈਂਸ਼ਨਡ ਔਨ ਮੈਚਿਓਰਿਟੀ। ਤੇ ਜਿਹੜੀ ਅਮਾਊਂਟ ਹੈ ਜੋ ਮੈਂਸ਼ਨ ਕੀਤੀ ਗਈ ਆ ਉਨੀ ਅਮਾਊਂਟ 'ਤੇ ਉਹ ਸਹਿਮਤ ਹੋ ਜਾਂਦਾ ਕਿ ਮੈਂ ਇੰਨਾ ਬਿਲ ਆਫ ਐਕਸਚੇਂਜ ਲੈਣ ਨੂੰ ਤਿਆਰ ਹਾਂ, ਡਿਸਕਾਊਂਟ ਕਰਕੇ ਇੰਨਾ ਲੈਣ ਨੂੰ ਤਿਆਰ ਹਾਂ। ਆਫਟਰ ਮੇਕਿੰਗ ਸਮ ਮਾਰਜਨਲ ਡਿਡਕਸ਼ਨਸ ਦਾ ਬੈਂਕ ਪੇਜ਼ ਦਾ ਵੈਲਿਊ ਆਫ ਦਾ ਬਿਲ ਟੂ ਦਾ ਹੋਲਡਰ। ਬੈਂਕ ਕੀ ਕਰਦਾ? ਉਸ ਜੋ ਬਿੱਲ ਹੈਗਾ ਉਹਦੇ 'ਚ ਮਾਰਜਨਲ ਡਿਡਕਸ਼ਨਸ ਕਰ ਦਿੰਦਾ, ਉਹਦੇ 'ਚ ਕਮੀ ਕੁਛ ਘੱਟ ਕਰਕੇ ਬਾਕੀ ਕੀ ਕਰਦਾ? ਕਿਹਨੂੰ ਦੇ ਦਿੰਦਾ? ਬਿੱਲ ਆਫ ਹੋਲਡਰ ਨੂੰ ਦੇ ਦਿੰਦਾ। ਵੈਨ ਬਿੱਲ ਆਫ exchange matures, the bank gets its payment from the party which had accepted the bill. ਤਾਂ ਬੈਂਕ ਕੀ ਜਦੋਂ ਬਿੱਲ ਦੀ ਮੈਚਿਓਰ ਹੋ ਗਿਆ, ਬਿੱਲ ਦੀ ਡੇਟ ਨਿਕਲ ਗਈ, ਉਸ ਤੋਂ ਬਾਅਦ ਕੀ ਕਰਦਾ ਬੈਂਕ? ਜਿਹਨੇ ਬਿੱਲ ਅਸੈਪਟ ਕੀਤਾ ਸੀ ਉਹਦੇ ਤੋਂ ਪੇਮੈਂਟ ਉਹਦੀ ਲੈ ਲੈਂਦਾ। ਓਕੇ, we do significance of e-banking. E-banking ਦੀ ਮਹੱਤਤਾ ਕੀ ਹੈ? ਮੀਨਸ ਮਾਡਰਨਾਈਜੇਸ਼ਨ ਆਫ ਬੈਂਕਿੰਗ। ਮਾਡਰਨਾਈਜੇਸ਼ਨ ਆਫ ਬੈਂਕਿੰਗ ਦੀ ਕੀ ਇੰਪੋਰਟੈਂਸ? ਫਸਟ, ਲੋ ਕਾਸਟ ਬੈਂਕਿੰਗ। ਈ ਬੈਂਕਿੰਗ ਦਾ ਸਭ ਤੋਂ ਮੇਨ ਮੋਟਿਵ ਕੀ ਹੈ ਕਿ ਲੋ ਕਾਸਟ ਬੈਂਕਿੰਗ ਕਰਨੀ ਜਿਹਦੀ ਘੱਟ ਤੋਂ ਘੱਟ ਲਾਗਤ ਹੋ। ਠੀਕ ਹੈ,
ਘੱਟ ਤੋਂ ਘੱਟ ਲਾਗਤ ਹੋਵੇ, ਲੋਕਾਂ 'ਤੇ ਇਹਦਾ ਭਾਰ ਘੱਟ ਪਵੇ ਅਤੇ ਜਿਹੜੀ ਪਬਲਿਕ ਹੈ ਇਹਦੇ 'ਚ ਆਪਣੀ ਡਿਪੋਜ਼ਿਟ ਕਰਨ ਦੇ ਲਈ ਉਤਸ਼ਾਹਿਤ ਵੀ ਹੋਵੇ, ਇਨਕਰੇਜ ਵੀ ਹੋਵੇ। ਤਾਂ ਇਸ ਤਰ੍ਹਾਂ ਦੀ ਬੈਂਕਿੰਗ ਕਰਨੀ ਜਿਹਦੇ ਦੀ ਕੋਸਟ ਘੱਟ ਹੋਵੇ ਔਰ ਈਜ਼ਲੀ ਅਕਾਊਂਟ ਖੋਲ੍ਹਿਆ ਜਾ ਸਕੇ। ਨੈਕਸਟ ਸਰਵਿਸ ਬੈਂਕਿੰਗ ਦੀ ਸਰਵਿਸ ਨੂੰ ਵਧੀਆ ਪ੍ਰੋਵਾਈਡ ਕਰਨ ਦੇ ਲਈ ਮਾਡਰਨਾਈਜੇਸ਼ਨ ਕੀਤਾ ਗਿਆ ਬੈਂਕਾਂ ਦਾ ਮਾਡਰਨਾਈਜੇਸ਼ਨ ਤਾਂ ਕੀਤਾ ਗਿਆ ਕਿ ਤਾਂ ਕਿ ਬੈਂਕ ਲੋਕਾਂ ਨੂੰ ਸਹੀ ਤਰੀਕੇ ਨਾਲ ਸਰਵਿਸ ਪ੍ਰੋਵਾਈਡ ਕਰ ਸਕਣ, ਠੀਕ ਹੈ, ਉਹਨਾਂ ਨੂੰ ਕ੍ਰੈਡਿਟ ਦੀ ਫੈਸਿਲਿਟੀ ਪ੍ਰੋਵਾਈਡ ਕਰ ਸਕਣ, ਉਹਨਾਂ ਦੀ ਡਿਪੋਜ਼ਿਟਸ ਦੇ ਇੰਟਰਸਟ ਰੇਟ ਠੀਕ ਹੋਵੇ, ਇਹਨਾਂ ਸਾਰਿਆਂ ਕਰਕੇ, ਠੀਕ ਹੈ। ਨੈਕਸਟ ਸਪੀਡ ਬੈਂਕਿੰਗ ਮੀਨਸ ਬੈਂਕਿੰਗ ਅਸੀਂ ਜੋ ਰਿਕੁਆਇਰਮੈਂਟਸ ਨੇ ਸਾਡੀਆਂ ਉਹਦੇ ਅਕੋਰਡਿੰਗ ਅਸੀਂ ਈਜ਼ਲੀ ਬੈਂਕਿੰਗ ਕਰ ਸਕੀਏ, ਈਜ਼ੀ ਤੋਂ ਈਜ਼ੀ ਔਰ ਜਲਦੀ ਤੋਂ ਜਲਦੀ ਟ੍ਰਾਂਜੈਕਸ਼ਨਸ ਕਰ ਸਕੀਏ। ਜਦੋਂ ਕਈ ਵਾਰ ਸਾਨੂੰ ਜਲਦੀ ਟ੍ਰਾਂਜੈਕਸ਼ਨਸ ਦੀਆਂ ਤਾਂ ਪੁਰਾਣੇ ਜੋ ਬੈਂਕਿੰਗ ਸਿਸਟਮ ਸੀ ਉਸ ਅਕੋਰਡਿੰਗ ਅਸੀਂ ਜਲਦੀ ਟ੍ਰਾਂਜੈਕਸ਼ਨ ਨਹੀਂ ਕਰ ਸਕਦੇ, ਪਰ ਮਾਡਰਨਾਈਜੇਸ਼ਨ ਕਰਨ ਦੇ ਨਾਲ ਬੈਂਕਿੰਗ ਦੀ ਸਪੀਡ ਤੇਜ਼ ਹੋ ਗਈ ਅਤੇ ਟ੍ਰਾਂਜੈਕਸ਼ਨਸ ਜਲਦੀ ਤੋਂ ਜਲਦੀ ਹੋਣ ਲੱਗ ਗਿਆ ਔਰ ਕਿਤੇ ਵੀ ਬੈਠ ਕੇ ਐਨੀਵੇਅਰ ਅਸੀਂ ਕਿਤੇ ਵੀ ਟ੍ਰਾਂਜੈਕਸ਼ਨ ਕਰ ਸਕਦੇ ਹਾਂ। ਰਾਊਂਡ ਦਾ ਕਲੌਕ ਬੈਂਕਿੰਗ ਮੀਨਸ ਗਲੋਬਲੀ ਬੈਂਕਿੰਗ ਹੋ ਗਈ, ਜਿਹੜੀਆਂ ਟ੍ਰਾਂਜੈਕਸ਼ਨਸ ਨੇ ਜਲਦੀ ਤੋਂ ਜਲਦੀ ਔਰ ਸਮੇਂ ਸਿਰ ਕੀਤੀਆਂ ਜਾ ਸਕਦੀਆਂ ਨੇ ਕਿਤੇ ਵੀ ਬੈਠੇ। ਇਸ ਕਰਕੇ ਇਹਨੂੰ ਕੀ ਕਿਹਾ ਜਾਂਦਾ, ਰਾਊਂਡ ਦਾ ਕਲੌਕ ਬੈਂਕਿੰਗ ਵੀ ਕਿਹਾ ਜਾ ਸਕਦਾ, ਸਪੀਡ ਬੈਂਕਿੰਗ ਵੀ ਕਿਹਾ ਜਾ ਸਕਦਾ। ਕੁਆਲਿਟੀ ਬੈਂਕਿੰਗ ਦੀ ਕੁਆਲਿਟੀ ਵੀ ਇੰਪਰੂਵ ਹੋਈ ਹੈ, ਕਸਟਮਰਸ ਨੂੰ ਵਧੀਆ ਤਰੀਕੇ ਨਾਲ ਪ੍ਰੋਵਾਈਡ ਹੁੰਦੀਆਂ ਪਈਆਂ ਨੇ ਦੀਆਂ ਸਰਵਿਸਿਜ਼ ਔਰ ਠੀਕ ਤਰੀਕੇ ਨਾਲ ਸਾਰੀ ਇਕਨੋਮਿਕ ਫੈਸਿਲਿਟੀ ਚੱਲਦੀ ਪਈ ਹੈ, ਇਕਨੋਮਿਕ ਜੋ ਸਟੈਬਿਲਿਟੀ ਆ ਉਹ ਵੀ ਠੀਕ ਚੱਲਦੀ ਪਈ ਹੈ, ਠੀਕ ਹੈ। ਇਸ ਕਰਕੇ ਜੋ ਬੈਂਕਿੰਗ ਦੀ ਕੁਆਲਿਟੀ ਆ ਉਹਦੇ 'ਚ ਵੀ ਵਾਧਾ ਹੋਇਆ, ਕੁਆਲਿਟੀ ਵੀ ਇੰਪਰੂਵ ਹੋਈ ਹੈ ਬੈਂਕਾਂ ਦੀ ਮਾਡਰਨਾਈਜੇਸ਼ਨ ਕਰਨ ਦੇ ਨਾਲ, ਕਿਉਂਕਿ ਮਾਡਰਨਾਈਜੇਸ਼ਨ ਕਰਨ ਦੇ ਨਾਲ ਜੋ ਟ੍ਰੇਨਡ ਵਰਕਰਸ ਬੈਂਕਾਂ ਦੇ ਵਿੱਚ ਆ ਗਏ ਔਰ ਉਹਨਾਂ ਨੂੰ ਪੂਰਾ ਪਤਾ ਕਿ ਅਸੀਂ ਕੰਮ ਕਿੱਦਾਂ ਕਰਨਾ ਕਿੱਦਾਂ ਨਹੀਂ, ਔਰ ਆਪਣਾ ਕੰਮ ਵੀ ਔਰ ਕੰਪਿਊਟਰਾਈਜੇਸ਼ਨ ਹੋਣ ਦੇ ਨਾਲ ਕੰਮ ਵੀ ਸਹੀ ਤਰੀਕੇ ਦੇ ਨਾਲ ਹੋਣ ਲੱਗ ਗਿਆ। ਪ੍ਰੋਫਿਟੇਬਲ ਬੈਂਕਿੰਗ ਪ੍ਰੋਫਿਟੇਬਲ ਹੋ ਗਈ ਪਬਲਿਕ ਦੇ ਲਈ ਵੀ ਔਰ ਇੰਪਲਾਇਰਸ ਦੇ ਲਈ ਵੀ, ਠੀਕ ਹੈ। ਇੰਪਲਾਇਰਸ ਨੂੰ ਕੰਪਿਊਟਰ ਦੇ ਵਿੱਚ ਪੂਰਾ ਰਿਕਾਰਡ ਰੱਖਿਆ ਜਾਂਦਾ ਤਾਂ ਉਹ ਵੀ ਆਪਣਾ ਜਦੋਂ ਮਰਜ਼ੀ ਜੋ ਜਲਦੀ ਤੋਂ ਜਲਦੀ ਆਪਣੇ ਰਿਕਾਰਡ ਦੇਖ ਸਕਦੇ ਨੇ ਔਰ ਪਬਲਿਕ ਨੂੰ ਵੀ ਇਹਦੇ 'ਚ ਈਜ਼ਲੀ ਟ੍ਰਾਂਜੈਕਸ਼ਨਸ ਕਰ ਸਕਦੇ ਨੇ, ਤਾਂ ਇਸ ਕਰਕੇ ਦੋਨਾਂ ਦੇ ਲਈ ਇਹ ਪ੍ਰੋਫਿਟੇਬਲ ਹੈਗੀ। ਨੈਕਸਟ ਲੋ ਕਾਸਟ ਬੈਂਕਿੰਗ, ਸੇਮ ਉਹੀ ਫਸਟ ਪੁਆਇੰਟ ਲੋ ਕਾਸਟ ਬੈਂਕਿੰਗ ਹੈ, ਇਹਦੇ 'ਚ ਕਾਸਟ ਹੈ ਜੋ ਘੱਟ ਹੁੰਦੀ ਹੈ, ਇਹ ਬੈਂਕਿੰਗ ਦੇ ਵਿੱਚ ਈਜ਼ਲੀ ਅਕਾਊਂਟ ਖੋਲ੍ਹਿਆ ਜਾ ਸਕਦਾ। ਨੈਕਸਟ ਕਨਵੀਨੀਅੰਟ ਬੈਂਕਿੰਗ ਹੈ, ਜਦੋਂ ਸਪੀਡ ਬੈਂਕਿੰਗ ਹੋਊਗੀ, ਬੈਂਕ ਦੀ ਸਰਵਿਸ ਜ਼ਿਆਦਾ ਵਧੀਆ ਹੋਊਗੀ ਔਰ ਬੈਂਕ ਦੀ ਜੋ ਕੁਆਲਿਟੀ ਹੈ ਦੀ ਪਰਫੋਰਮੈਂਸ ਹੈ ਉਹ ਸਾਰਾ ਕੁਛ ਵਧੀਆ ਹੋਊਗਾ ਤਾਂ ਕਨਵੀਨੀਅੰਟ ਤਾਂ ਆਪਣੇ ਆਪ ਹੀ ਹੋ ਜੂਗੀ ਉਹ ਬੈਂਕਿੰਗ। ਨੈਕਸਟ ਮੇਨ ਫੈਸਿਲਿਟੀਜ਼ ਪ੍ਰੋਵਾਈਡਡ ਬਾਈ ਈ ਬੈਂਕਿੰਗ ਔਰ ਇਨੋਵੇਟਿਵ ਬੈਂਕਿੰਗ। ਈ ਬੈਂਕਿੰਗ ਦਾ ਸੈਕਿੰਡ ਨੇਮ ਇਨੋਵੇਟਿਵ ਬੈਂਕਿੰਗ ਵੀ ਹੈ, ਠੀਕ ਹੈ। ਫਸਟ ਇਹਦੀ ਫੈਸਿਲਿਟੀ ਕੀ ਹੈ, ਆਲ ਡੇ ਬੈਂਕਿੰਗ, ਜਿਹੜੀ ਬੈਂਕਿੰਗ ਹੈ ਸਾਰਾ ਦਿਨ ਕੀਤੀ ਜਾ ਸਕਦੀ ਹੈ, ਠੀਕ ਹੈ। ਮੀਨਸ ਅਸੀਂ ਔਨਲਾਈਨ ਬੈਂਕਿੰਗ ਕਰ ਸਕਦੇ ਹਾਂ, ਔਨਲਾਈਨ ਬੈਂਕਿੰਗ ਹੈ ਤਾਂ ਕਿ ਐਨੀ ਟਾਈਮ ਕੀਤੀ ਜਾ ਸਕਦੀ ਹੈ, ਠੀਕ ਹੈ। ਕੰਪਿਊਟਰਾਈਜੇਸ਼ਨ ਹੋ ਗਿਆ ਤਾਂ ਉਹਦੇ ਨਾਲ ਕੀ ਹੋ ਗਿਆ ਕਿ ਸਾਰੀਆਂ ਜੋ ਰਿਕਾਰਡ ਆ ਉਹ ਸਾਰਾ ਕੰਪਿਊਟਰ 'ਤੇ ਰਿਕਾਰਡ ਕੀਤਾ ਜਾਂਦਾ, ਠੀਕ ਹੈ। ਔਰ ਉਸ ਤੋਂ ਬਾਅਦ ਕੰਪਿਊਟਰ 'ਤੇ ਜਦੋਂ ਰਿਕਾਰਡ ਕੀਤਾ ਜਾਂਦਾ ਤਾਂ ਉਹਦੇ ਨਾਲ ਜੋ ਅਸੀਂ ਨੈੱਟ ਦੀ ਸਰਵਿਸ ਲੈਣੀ ਆ ਉਹ ਵੀ ਅਸੀਂ ਲੈ ਸਕਦੇ ਹਾਂ, ਠੀਕ ਹੈ। ਤਾਂ ਇਸ ਕਰਕੇ ਕੰਪਿਊਟਰਾਈਜੇਸ਼ਨ ਦੀ ਫੈਸਿਲਿਟੀ ਵੀ ਪ੍ਰੋਵਾਈਡ ਕੀਤੀ ਗਈ ਹੈ। ਐਨੀਵੇਅਰ ਬੈਂਕਿੰਗ, ਅਸੀਂ ਕਿਤੇ ਬੈਠੇ ਬੈਂਕਿੰਗ ਕਰ ਸਕਦੇ ਹਾਂ, ਇਹ ਵੀ ਈ ਬੈਂਕਿੰਗ ਦੀ ਇੱਕ ਮੇਨ ਫੈਸਿਲਿਟੀ ਹੈ। ATM ਕਾਰਡ ਹੈ, ਡੈਬਿਟ ਕਾਰਡ ਨੇ, ਇਹ ਵੀ ਬੈਂਕ ਵੱਲੋਂ ਪ੍ਰੋਵਾਈਡ ਕੀਤੇ ਜਾਂਦੇ ਨੇ ਔਰ ATM ਡੈਬਿਟ ਕਾਰਡ ਦੇ ਨਾਲ ਅਸੀਂ ਕਦੋਂ ਵੀ ਜਦੋਂ ਵੀ ਜਿੱਥੇ ਮਰਜ਼ੀ ਚਾਹੀਏ ਜਿਹੜੀ ਮਰਜ਼ੀ ਜਗ੍ਹਾ 'ਤੇ ਪੈਸੇ ਕਢਵਾ ਸਕਦੇ ਹਾਂ ਆਪਾਂ। ਮੋਬਾਈਲ ਬੈਂਕਿੰਗ ਹੋ ਗਈ, ਮੋਬਾਈਲ ਬੈਂਕਿੰਗ ਆਪਾਂ ਕੋਈ ਬਿੱਲ ਪੇ ਕਰਨੇ ਆ, ਕਿਸੇ ਵੀ ਤਰੀਕੇ ਦਾ ਕੁਛ ਵੀ ਚਾਰਜਿਸ ਪੇ ਕਰਨੇ ਆ ਤਾਂ ਉਹਦੇ ਲਈ ਸਾਨੂੰ ਮੋਬਾਈਲ ਬੈਂਕਿੰਗ ਦੀ ਫੈਸਿਲਿਟੀ ਵੀ ਪ੍ਰੋਵਾਈਡ ਹੋਗੀ ਈ ਬੈਂਕਿੰਗ ਦੇ ਦੁਆਰਾ। ਕ੍ਰੈਡਿਟ ਕਾਰਡਸ ਹੋ ਗਏ, ਠੀਕ ਹੈ, ਕ੍ਰੈਡਿਟ ਕਾਰਡ ਵੀ ਈ ਬੈਂਕਿੰਗ ਦੇ ਵੱਲੋਂ ਇੱਕ ਫੈਸਿਲਿਟੀ ਪ੍ਰੋਵਾਈਡ ਕੀਤੀ ਗਈ ਕ੍ਰੈਡਿਟ ਕਾਰਡ ਦੀ। ਨੈਕਸਟ ਨੈੱਟ ਬੈਂਕਿੰਗ ਔਰ ਔਨਲਾਈਨ ਬੈਂਕਿੰਗ। ਔਨਲਾਈਨ ਬੈਨਿੰਗ, ਠੀਕ ਹੈ, ਜਾਣੀ ਬੈਂਕਿੰਗ ਸੀ ਇਹ ਬੈਂਕਿੰਗ ਔਰ ਨੈੱਟ ਬੈਂਕਿੰਗ ਹੋਣ ਲੱਗ ਗਈ। ਅਸੀਂ ਨੈੱਟ ਦੇ ਥਰੂ ਵੀ ਆਪਣੇ ਅਕਾਊਂਟਸ ਨੂੰ ਦੇ ਵਿੱਚ ਡਿਪੋਜ਼ਿਟਸ ਕਰਵਾ ਸਕਦੇ ਹਾਂ, ਠੀਕ ਹੈ। ਨੈਕਸਟ ਅਦਰ ਟ੍ਰੈਂਡਸ ਆਫ ਦਾ ਮਾਡਰਨਾਈਜੇਸ਼ਨ ਆਫ ਬੈਂਕਸ। ਬੈਂਕ ਦੇ ਮਾਡਰਨਾਈਜੇਸ਼ਨ ਦੇ ਹੋਰ ਕਿਹੜੇ ਟ੍ਰੈਂਡ ਨੇ, ਮੋਬਾਈਲ ਐਂਡ ਈਵਨਿੰਗ ਬੈਂਕਿੰਗ, ਮੋਬਾਈਲ 'ਤੇ ਅਸੀਂ ਬੈਂਕਿੰਗ ਕਰ ਸਕਦੇ ਹਾਂ ਔਰ ਸ਼ਾਮ ਨੂੰ ਵੀ ਸਾਨੂੰ ਜਦੋਂ ਅੱਗੇ ਕੀ ਹੁੰਦਾ ਸੀ ਕਿ 5 ਵਜੇ ਤੋਂ ਬਾਅਦ ਬੈਂਕ ਬੰਦ ਹੋ ਜਾਂਦੇ ਸੀ, ਤਾਂ ਹੁਣ ਕੀ ਹੈ ਅਸੀਂ ਜਦੋਂ ਮੋਬਾਈਲ 'ਤੇ ਬੈਂਕਿੰਗ ਹੈ ਤਾਂ ਸ਼ਾਮ ਨੂੰ ਵੀ ਬੈਂਕਿੰਗ ਦੀ ਫੈਸਿਲਿਟੀ ਪ੍ਰੋਵਾਈਡ ਹੋ ਸਕਦੀ ਹੈ ਸਾਨੂੰ। ਕਸਟਮਰ ਨੂੰ ਫੈਸਿਲਿਟੀ ਪ੍ਰੋਵਾਈਡ ਹੁੰਦੀ ਹੈ, ਕਸਟਮਰ ਕੀ ਨੇ ਬੈਂਕ ਦੇ ਵੱਲੋਂ ਕਿਸੇ ਵੀ ਟਾਈਮ ਫੈਸਿਲਿਟੀ ਪ੍ਰੋਵਾਈਡ ਕਰ ਸਕਦੇ ਨੇ ਅਤੇ ਕਸਟਮਰ ਦੇ ਲਈ ਸਰਵਿਸ ਪ੍ਰੋਵਾਈਡ ਕੀਤੀ, ਜੇ ਉਹਨਾਂ ਦੀ ਕੋਈ ਕੰਪਲੇਂਟ ਹੈ ਤਾਂ ਉਹ ਆਪਣੀ ਕੰਪਲੇਂਟ ਵੀ ਦੱਸ ਸਕਦੇ ਨੇ ਕਿ ਇਹ ਬੈਂਕ ਸਾਨੂੰ ਇਹ
ਫੈਸਿਲਿਟੀ ਨਹੀਂ ਦਿੰਦਾ ਪਿਆ ਜਾਂ ਇਹਦੇ ਵਿੱਚ ਇਹ ਕੰਮ ਦੇ ਵਿੱਚ ਦੇਰੀ ਕਰਦਾ ਪਿਆ ਜਾਂ ਇੱਦਾਂ ਦੀਆਂ ਕੋਈ ਵੀ ਪ੍ਰੋਬਲਮਸ ਨੇ ਉਹ ਡਿਸਕਸ ਕਰ ਸਕਦੇ ਹਾਂ। ਨੈਕਸਟ ਨਿਊ ਫੰਕਸ਼ਨਸ ਨੇ। ਨਿਊ ਫੰਕਸ਼ਨਸ ਦੇ ਵਿੱਚ ਜਿੱਦਾਂ ਡੈਫਰਡ ਪੇਮੈਂਟਸ ਬਿਟਵੀਨ ਫੋਰਨ ਐਂਡ ਇੰਡੀਅਨ ਇੰਡਸਟਰੀਜ਼, ਜਿਵੇਂ ਫੋਰਨ ਇੰਡਸਟਰੀਜ਼ ਨੇ ਔਰ ਇੰਡੀਅਨ ਇੰਡਸਟਰੀਜ਼ ਨੇ, ਜੇ ਬੈਂਕ ਹੈਗੇ ਨੇ, ਆਨਲਾਈਨ ਬੈਂਕਿੰਗ ਚੱਲਦੀ ਪਈ ਔਰ ਮੋਡਰਨਾਈਜੇਸ਼ਨ ਕੀਤਾ ਗਿਆ, ਕੰਪਿਊਟਰਾਈਜੇਸ਼ਨ ਕੀਤਾ ਪਿਆ, ਤਾਂ ਉਹਦੇ ਨਾਲ ਜੋ ਡੈਫਰਡ ਪੇਮੈਂਟਸ ਨੇ, ਭੁਗਤਾਨ ਜੋ ਅਸੀਂ ਫਿਊਚਰ ਦੇ ਵਿੱਚ ਕਰਨੇ ਆ ਫੋਰਨ ਇੰਡਸਟਰੀਜ਼ ਨੇ ਇੰਡੀਅਨ ਇੰਡਸਟਰੀਜ਼ ਨੂੰ ਜਾਂ ਇੰਡੀਅਨ ਇੰਡਸਟਰੀਜ਼ ਨੇ ਫੋਰਨ ਇੰਡਸਟਰੀਜ਼, ਤਾਂ ਉਹ ਵੀ ਪੋਸੀਬਲ ਹੋ ਸਕਿਆ ਮੋਡਰਨਾਈਜੇਸ਼ਨ ਹੋਣ ਦੇ ਨਾਲ ਬੈਂਕਾਂ ਦਾ। ਨੈਕਸਟ ਕ੍ਰੈਡਿਟ ਦੀ ਗਰੰਟੀ ਦਿੱਤੀ ਗਈ ਹੈ। ਕ੍ਰੈਡਿਟ ਦੀ ਗਰੰਟੀ ਮੀਨਸ ਕਿ ਜਿਹੜੇ ਸਮਾਲ ਇੰਡਸਟਰੀਜ਼ ਨੇ, ਟੈਕਸੀ ਡਰਾਈਵਰ ਨੇ, ਜੋ ਟਰੇਡਰਸ ਨੇ ਜਾਂ ਹੋਰ ਜਿਹੜੇ ਵੀ ਛੋਟੇ ਮੋਟੇ ਰਿਣ ਲੈਣ ਵਾਲੇ ਨੇ, ਉਹਨਾਂ ਨੂੰ ਈਜ਼ਲੀ ਰਿਣ ਦਿੱਤਾ ਜਾ ਸਕਦਾ, ਠੀਕ ਹੈ, ਕਰਜ਼ਾ ਦਿੱਤਾ ਜਾ ਸਕਦਾ, ਕ੍ਰੈਡਿਟ ਦੀ ਗਰੰਟੀ ਦਿੱਤੀ ਜਾਂਦੀ ਹੈ। ਟ੍ਰੇਨਿੰਗ ਫੈਸਿਲਿਟੀ ਦਿੱਤੀ ਜਾਂਦੀ ਹੈ। ਟ੍ਰੇਨਿੰਗ ਫੈਸਿਲਿਟੀ ਦੇ ਵਿੱਚ ਜੋ ਬੈਂਕ ਦੇ ਇੰਪਲੋਇਜ਼ ਨੇ, ਜੋ ਬੈਂਕ ਦੇ ਵਿੱਚ ਜੌਬ ਕਰਨਾ ਚਾਹੁੰਦੇ ਨੇ ਔਰ ਜੋ ਟੈਸਟ ਵਗੈਰਾ ਕਲੀਅਰ ਕਰਦੇ ਨੇ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਠੀਕ ਹੈ, ਤਾਂ ਕਿ ਉਹ ਵਧੀਆ ਤਰੀਕੇ ਨਾਲ ਆਪਣੀ ਜੌਬ ਨੂੰ ਨਿਭਾ ਸਕਣ। ਨੈਕਸਟ ਇੰਪੋਰਟੈਂਸ ਟੂ ਸਮਾਲ ਕਸਟਮਰਸ। ਜਿਹੜੇ ਸਮਾਲ ਕਸਟਮਰ ਨੇ ਉਹਨਾਂ ਨੂੰ ਵੀ ਇੰਪੋਰਟੈਂਸ ਦਿੱਤੀ ਗਈ ਹੈ, ਠੀਕ ਹੈ, ਕਿ ਜੋ ਛੋਟੇ ਮੋਟੇ ਕਸਟਮਰ ਨੇ ਉਹਨਾਂ ਨੂੰ ਵੀ ਈਜ਼ਲੀ ਲੋਨ ਦਿੱਤਾ ਜਾ ਸਕੇ ਜਾਂ ਉਹਨਾਂ ਦੇ ਵੀ ਘੱਟ ਅਮਾਊਂਟ ਦੇ ਨਾਲ ਖਾਤੇ ਖੁਲਵਾਏ ਜਾ ਸਕਣ, ਤਾਂ ਇਹਨਾਂ ਨੂੰ ਵੀ ਫੈਸਿਲਿਟੀ ਪ੍ਰੋਵਾਈਡ ਕੀਤੀ ਗਈ ਹੈ। ਫੋਰਨ ਐਕਸਚੇਂਜ ਬਿਜ਼ਨਸ, ਜੋ ਫੋਰਨ ਐਕਸਚੇਂਜ ਦੇ ਨਾਲ ਵਪਾਰ ਨਾਲ ਰਿਲੇਟਿਡ ਹੈ, ਜੋ ਐਕਸਚੇਂਜ ਵਗੈਰਾ ਕੀਤੀ ਜਾਂਦੀ ਹੈ, ਉਹ ਵੀ ਕਮਰਸ਼ੀਅਲ ਬੈਂਕਸ ਦੇ ਵਿੱਚ ਮੋਡਰਨਾਈਜੇਸ਼ਨ ਕਰਨ ਦੇ ਨਾਲ ਪੋਸੀਬਲ ਹੋ ਸਕੇ।